ਵਾਹਿਗੁਰੂ ਸਾਹਿਬ ਜੀ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸਵਾਈਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ। ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਸ਼ਬਦ ਕੀਰਤਨ ਦੇ ਨਾਲ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰਚਿਤ ਕੀਤਾ ਹੈ। ਹੁਣ ਲੜੀਵਾਰ ਜਪਜੀ ਸਾਹਿਬ ਦੀ ਵਿਚਾਰ ਜੋ ਚੱਲ ਰਹੀ ਹੈ, ਉਸ ਵਿੱਚ ਅਸੀਂ ਹਾਜ਼ਰੀਆਂ ਭਰਨੀਆਂ ਹਨ। ਦਾਸ ਨੇ ਅੱਜ ਦੀ 20ਵੀਂ ਪੌੜੀ ਦੀਆਂ ਆਰੰਭਕ ਪੰਕਤੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਹਨ। ਬੜੇ ਹੀ ਅਦਬ ਤੇ ਸਤਿਕਾਰ ਨਾਲ ਗੁਰੂ ਪਾਸੋਂ ਅਸੀਸ ਪ੍ਰਾਪਤ ਕਰਦੇ ਹੋਏ ਗੁਰਫਤਿਹ ਨਾਲ ਸਾਂਝ ਬਣਾਈਏ। ਆਗਿਆ ਲਈਏ, ਗੁਰੂ ਆਪ ਰਹਿਮਤ ਕਰੇ, ਆਪਣੀਆਂ ਵਿਚਾਰਾਂ ਆਪ ਕਰਵਾ ਲੈਣ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ 20ਵੀਂ ਪੌੜੀ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਨੂੰ ਇੱਕ ਤੇ ਨਾਮ ਦਾ ਆਸਰਾ, ਤੇ ਦੂਸਰਾ ਉਹਦੀ ਜ਼ਿੰਦਗੀ ਦੇ ਅੰਦਰ ਜਿਹੜੇ ਉਹਦੇ ਕਰਮ ਨੇ। ਫਿਰ ਬੇਨਤੀ ਕਰਾਂ, ਇੱਕ ਨਾਮ ਤੇ ਦੂਜੀ ਕਰਮ। ਜਦੋਂ ਮਨੁੱਖ ਆਪਣੀ ਜ਼ਿੰਦਗੀ ਬਤੀਤ ਕਰਦਾ, ਸਾਰੀ ਜ਼ਿੰਦਗੀ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ, ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ, ਪੰਚ ਦੂਤ ਭੂਤ ਭ੍ਰਮ ਭ੍ਰਮਤ ਅਸਾਧ ਹੈ। ਮਨੁੱਖ ਜਨਮ ਲੈਂਦਾ, ਉਹਦੀ ਮਾਇਆ ਵਿੱਚ ਖੱਚੜ ਹੋ ਜਾਂਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਇਸ ਧਰਤੀ ਦੇ ਉੱਤੇ ਮਨੁੱਖ ਨਾਮ ਦਾ ਸਹਾਰਾ ਰਹੇ, ਨਾ ਕਿ ਕਰਮ ਕਾਂਡਾਂ ਦਾ। ਉਹ ਕਿਸ ਤਰ੍ਹਾਂ? ਪਹਿਲੀ ਆਰੰਭਕ ਪੰਕਤੀ ਦੇ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ। ਉਦਾਹਰਨ ਦਿੱਤੀ ਹੈ ਨਾ, ਤੇ ਇਸ ਉਦਾਹਰਨ ਦਾ ਜਿਹੜਾ ਮਤਲਬ ਹੈ, ਜਿਹੜਾ ਸਾਰ ਹੈ, ਉਹ ਇਸ ਦੇ ਅਗਲੇਰੀਆਂ ਪੰਕਤੀਆਂ ਅੰਦਰ ਦੱਸਿਆ ਹੈ ਕਿ ਇਸ ਧਰਤੀ ਦੇ ਉੱਤੇ ਜਿਸ ਤਰ੍ਹਾਂ ਇਸ਼ਨਾਨ ਕਰਨ ਦੇ ਨਾਲ ਮਨੁੱਖ ਦਾ ਤਨ, ਮਨੁੱਖ ਦਾ ਸਰੀਰ ਸਾਫ਼ ਹੁੰਦਾ ਹੈ ਨਾ, ਅਸੀਂ ਇਸ਼ਨਾਨ ਕਰਦੇ ਹਾਂ, ਪਰ ਅਸੀਂ ਕੇਵਲ ਇਸ਼ਨਾਨ ਦੇ ਵਿੱਚ ਹੀ ਆਪਣੇ ਤਨ ਨੂੰ ਸਵਾਰਨ ਦੇ ਵਿੱਚ ਹੀ ਲੱਗੇ ਰਹੇ, ਇਸ਼ਨਾਨ ਕਰਨ ਦੇ ਵਿੱਚ ਹੀ ਲੱਗੇ ਰਹੇ। ਪਰ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਐ ਦੁਨੀਆ ਦੇ ਮਨੁੱਖ, ਜਿੱਥੇ ਤੂੰ ਆਪਣੇ ਤਨ ਦਾ ਇਸ਼ਨਾਨ ਕਰਕੇ ਇਹਨੂੰ ਸਵੱਛ ਬਣਾਉਣਾ, ਸਾਫ਼ ਕਰਨਾ, ਉੱਥੇ ਆਪਣੇ ਮਨ ਨੂੰ ਸਾਫ਼ ਵੀ ਕਰ ਇਸ਼ਨਾਨ। ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਸਮਝਿਓ ਜੇ ਕਿ ਇਸ਼ਨਾਨ ਕਰਨ ਦੇ ਨਾਲ ਕੀ ਹੋਏਗਾ? ਤਨ। ਇਸ ਪੰਕਤੀ ਨੂੰ ਮੈਂ ਦੁਬਾਰਾ ਪੜਾਂਗਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਦੋ ਗੱਲਾਂ ਆਈਆਂ ਨਾ,
ਇੱਕ ਤੇ ਇਸ਼ਨਾਨ ਦੀ ਤੇ ਇੱਕ ਸਿਮਰਨ ਦੀ। ਕਰ ਇਸ਼ਨਾਨ ਤੇ ਸਿਮਰ ਪ੍ਰਭ ਆਪਣਾ। ਫਿਰ ਹੋਏਗਾ ਕਿ ਮਨ ਤਨ ਭਏ ਅਰੋਗਾ। ਇਸ਼ਨਾਨ ਕਰਨ ਦੇ ਨਾਲ ਜਿਹੜਾ ਵਾ ਉਹ ਤਨ ਸਾਫ਼ ਹੋਵੇਗਾ। ਹੁਣ ਅਸੀਂ ਮੰਨ ਲਓ ਨਹਾਈਏ ਨਾ, ਇਸ਼ਨਾਨ ਨਾ ਕਰੀਏ ਤੇ ਇਹ ਗੱਲ ਆਖੀਏ ਕਿ ਗੁਰੂ ਪਾਤਸ਼ਾਹ ਜੀ ਤੇ ਬਖਸ਼ਿਸ਼ ਕਰਦੇ ਨੇ ਕਿ ਸੱਜਣਾ ਰੋਜ਼ਾਨਾ ਡੱਡੂ ਪਾਣੀ ਵਿੱਚ ਰਹਿੰਦਾ ਤੇ ਉਹਨੂੰ ਤੇ ਰੱਬ ਮਿਲਿਆ ਨਹੀਂ। ਉਹ ਰੋਜ਼ਾਨਾ ਪਾਣੀ ਦੇ ਵਿੱਚ ਇਸ਼ਨਾਨ ਕਰਦਾ ਤੇ ਉਹਨੂੰ ਤਾਂ ਮਿਲਿਆ ਨਹੀਂ। ਇਸ਼ਨਾਨ ਕਰਨ ਦਾ ਕੀ ਲਾਭ? ਬੰਦਗੀ ਕਰੀਏ ਤੇ ਕਈ ਵਾਰ ਬੰਦਗੀ ਕਰਦਿਆਂ ਪ੍ਰਭੂ ਦਾ ਨਾਮ ਜਪਦਿਆਂ ਘਰ-ਬਾਰ ਤਿਆਗ ਕੇ, ਪਿੰਡੇ ਉੱਤੇ ਸੁਆਹ ਮਲ ਕੇ, ਵਿਭੂਤੀਆਂ ਲਾ ਕੇ ਆਪਣੇ ਤਨ ਨੂੰ ਇਸ ਤਰ੍ਹਾਂ ਦਾ ਬਣਾ ਲੈਂਦੇ ਹਾਂ ਜਿਸ ਤਰ੍ਹਾਂ ਕੋਈ ਡਰਾਵਣਾ ਬੁੱਤ ਖੜਾ ਹੋਵੇ। ਸੰਸਾਰ 'ਤੇ ਐਸੇ ਮਿਲਦੇ ਨੇ। ਕਈ ਵੇਲੇ ਉਹ ਨਹਾਉਂਦੇ ਨਹੀਂ ਤੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਸੱਜਣਾ, ਜੇ ਤੂੰ ਚਾਹੁੰਦਾ ਹੈ ਪਰਮਾਤਮਾ ਦੇ ਨਾਲ ਇਕਮਿਕ ਹੋਣਾ ਤੇ ਪਹਿਲਾਂ ਆਪਣੇ ਤਨ ਨੂੰ ਸਵਾਰ ਕਰ ਇਸ਼ਨਾਨ ਤੇ ਫਿਰ ਆਪਣੇ ਮਨ ਨੂੰ ਸਵਾਰ, ਸਿਮਰ ਪ੍ਰਭ ਆਪਣਾ। ਇਸ਼ਨਾਨ ਕਰਨ ਦੇ ਨਾਲ ਤੇਰਾ ਤਨ ਸਵੱਛ ਹੋਵੇਗਾ ਤੇ ਸਿਮਰਨ ਕਰਨ ਦੇ ਨਾਲ ਤੇਰਾ ਮਨ ਸਵੱਛ ਹੋਵੇਗਾ। ਸੰਸਾਰ ਦੇ ਉੱਤੇ ਬੜੀਆਂ ਉਦਾਹਰਨਾਂ ਨੇ, ਬੜੀ ਐਸੀਆਂ ਉਦਾਹਰਨਾਂ ਪਈਆਂ ਨੇ, ਪਰ ਇੱਕ ਸਾਖੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨਾ ਆਪਣੀ ਜ਼ਿੰਦਗੀ ਦੇ ਵਿੱਚ ਤੀਰਥ ਅਸਥਾਨਾਂ 'ਤੇ ਜਾ ਕੇ ਯਾਤਰਾ ਕਰਦੇ ਸਨ, ਸੰਗ ਨੂੰ ਲੈ ਕੇ, ਸੰਗ ਦੇ ਨਾਲ ਜਾਣਾ, ਤੀਰਥਾਂ 'ਤੇ ਜਾਣਾ, ਇਸ਼ਨਾਨ ਕਰਨਾ, ਗੰਗਾ ਦਾ ਇਸ਼ਨਾਨ ਕਰਨਾ। ਅਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਈ ਵਰ੍ਹੇ ਉਹਨਾਂ ਨੇ ਤੀਰਥ ਅਸਥਾਨਾਂ 'ਤੇ ਜਾ ਕੇ ਇਸ਼ਨਾਨ ਕੀਤੇ, ਪੁੰਨ ਦਾਨ ਕੀਤੇ। ਅਤੇ ਉਸ ਸਮੇਂ ਦੇ ਦੌਰਾਨ ਇੱਕ ਉਹਨਾਂ ਦਾ ਸੱਜਣ ਪੰਡਿਤ ਬਣਿਆ, ਪੰਡਿਤ, ਕਿਉਂਕਿ ਇਹਨਾਂ ਸਥਾਨਾਂ ਦੇ ਉੱਤੇ ਧਾਰਮਿਕ ਫਿਰਕੇ ਦੇ ਵਿੱਚੋਂ ਪੰਡਿਤ ਬਹੁਤ ਮਿਲਦੇ ਸਨ। ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਅੰਗਦ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੇਵਾ ਕੀਤੀ ਅਤੇ ਇਸ ਧਰਤੀ ਦੇ ਉੱਤੇ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਨੇ ਗੁਰੂ ਨਾਨਕ ਜੋਤ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਿੱਚ ਟਿਕਾ ਦਿੱਤਾ। ਸਮਾਂ ਬਣਿਆ, ਗੋਇੰਦਵਾਲ ਸਾਹਿਬ ਵਸਾਇਆ, ਬੌਲੀ ਦਾ ਨਿਰਵਾਣ ਹੋਇਆ। ਸੰਗਤਾਂ ਆਉਂਦੀਆਂ ਨੇ, ਹਰ ਪਾਸੇ ਚਰਚਾ ਛਿੜੀ ਸੀ ਕਿ ਜਿਹੜੇ ਅਮਰਦਾਸ ਨੂੰ ਲੋਕ ਨਿਥਾਵਾਂ ਆਖਦੇ ਸਨ, ਉਹ ਅਮਰਦਾਸ ਅੱਜ ਤਖਤ ਉੱਤੇ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਉੱਤੇ ਬੈਠ ਕੇ ਤੇ ਇਸ ਧਰਤੀ ਨੂੰ ਤਾਰਦੇ ਪਏ ਨੇ, ਸੰਸਾਰ ਦੇ ਲੋਕਾਂ ਨੂੰ ਤਾਰਦੇ ਪਏ ਨੇ। ਅਤੇ ਆਸੇ ਪਾਸੇ ਉਦੋਂ ਫੋਨ ਤਾਂ ਹੁੰਦੇ ਨਹੀਂ ਸੀ। ਉਸ ਸਮੇਂ ਇੱਕ ਦੂਜੇ ਤੋਂ ਪਤਾ ਚੱਲਦਾ ਸੀ। ਉਦੋਂ ਜਿਹੜਾ ਸੁਨਾਹ ਹੁੰਦਾ ਸੀ ਨਾ, ਚਿੱਠੀ ਪੱਤਰ ਵੀ ਬਹੁਤ ਘੱਟ ਸੀ। ਸੁਨਾਹ ਜਿਹੜਾ ਹੁੰਦਾ ਸੀ, ਜਿਹੜਾ ਕਿਸੇ ਨੂੰ ਪਹੁੰਚਾਉਣਾ, ਉਹ ਇੱਕ ਦੂਜੇ ਦੇ ਥਰੂ ਹੁੰਦਾ ਸੀ। ਮੈਂ ਤੁਹਾਨੂੰ ਦੱਸਿਆ, ਤੁਸੀਂ ਅੱਗੇ ਕਿਸੇ ਨੂੰ ਦੱਸਿਆ, ਉਹਨਾਂ ਨੇ ਹੋਰ ਅੱਗੇ ਕਿਸੇ ਨੂੰ ਦੱਸਿਆ। ਭਾਵ ਮੰਨ ਲਓ ਮੈਂ ਆਪਣੇ ਨਗਰ ਸੁਨਾਹ ਭੇਜਣਾ ਅਤੇ ਮੈਂ ਇੱਥੋਂ ਕਿਸੇ ਸੱਜਣ ਨੂੰ ਆਖਾਂਗਾ ਜਿਹੜਾ ਪੰਜਾਬ ਨੂੰ ਜਾਣ ਵਾਲਾ ਹੋਵੇਗਾ, ਜੇ ਹੋ ਸਕਦਾ ਉਹ ਗੁਰਦਾਸਪੁਰ ਜ਼ਿਲ੍ਹੇ ਡੇਰਾ ਬਾਬਾ ਨਾਨਕ ਨਾ ਜਾਏ, ਉਹ ਤਾਂ ਰਸਤੇ ਵਿੱਚ ਰਹਿਣ ਵਾਲਾ ਹੋਵੇ ਪੰਜਾਬ ਦੇ ਕਿਸੇ ਦੂਜੇ ਕੋਨੇ ਵਿੱਚ, ਫਿਰ ਉਹ ਉੱਥੋਂ ਸੁਨਾਹ ਭੇਜੇਗਾ ਜਿਹੜਾ ਉਸ ਇਲਾਕੇ ਵਿੱਚ ਜਾਵੇਗਾ। ਅਤੇ ਸੁਨਾਹ 'ਤੇ ਪੁੱਜ ਗਿਆ। ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਚਰਚਾ ਜਿਹੜੀ ਸੀ ਉਹ ਉਸ ਪੰਡਿਤ ਤੱਕ ਪਹੁੰਚੀ। ਅਤੇ ਉਸ ਪੰਡਿਤ ਨੇ ਆਖਿਆ ਕਿ ਇਹ ਤਾਂ ਮੇਰਾ ਬੜਾ ਸੱਜਣ ਪਿਆਰਾ ਮਿੱਤਰ ਹੈ, ਅਸੀਂ ਇਕੱਠੇ ਗੰਗਾ ਦੇ ਉੱਤੇ ਇਸ਼ਨਾਨ ਕਰਦੇ ਰਹੇ ਹਾਂ,
धार्मिक स्थानां दे उत्ते जांदे पे हैं, मैं दर्शन करके ते आवां। आए फिर वो गोइंदवाल साहब दर्शन करन वास्ते आए, मिलाप होया। गुरु अमरदास पातशाह जी ने गलवकड़ी विच लैके स्वागत किया, विचार चर्चा हुई। अखीर जदों जाण दा समां बनिया तो आखदे ने कि धन गुरु अमरदास पातशाह जी तुहाडी शोभा बहुत है, तो मैं चाहुंदा कि तुसीं आओ असीं हुण एक वारी इकट्ठे फिर इशनान करके आईए। तो गुरु पातशाह जी कहंदे समझ आ गई है, इन्नी लंबेरी उम्र तीर्थ इशनानां ते जा के इशनान करके गवा लई, हुण समझ आ गई है कि तीर्थ पूरा गुरु है। हुण तीर्थ इशनान तो मेरे वास्ते गुरु है। भाव हुण जिहड़ी बाणी है धुर की बाणी गुरु नानक पातशाह जी की, धन गुरु अंगद पातशाह जी के श्लोक गुरु अमरदास पातशाह जी ने आप उचारण की बाणी, हुण ये आधार बन गया। कहते कोई लाभ नहीं, कहते नहीं, गंगा का इशनान इन्ने लोग उस गंगा विच इशनान करके अपने मन नूं पवित्र करते हैं। ज़्यादा जिद करन ते धन गुरु अमरदास पातशाह जी ने एक लोटा मंगवाया, तो वो लोटा जिन्हों असीं बाटा कह देंगे हैं, कौला कह देंगे हैं, वो मंगवाया। तो उस पंडित नूं आख्या कि ठीक है, जे तेरे अंदर इन्ना ही प्यार है तो आ तू इशनान करन वास्ते चलिया, मेरे कोल समा नहीं, असीं इत्थे धर्म के कारजां विच लगे हुए हैं, सिख संगतां जुड़दियां ने, तो इन्ना समा नहीं कि किते जा होवे, इस करके तुसीं आ लोटा लै जाओ तो पानी का भर लियाओ, गंगा दे विचों उस जल का भर लियाओ, तो असीं इत्थे ही इशनान कर लवांगे। गुरु साहब ने कला वरताउणी सी ना, तो गुरु अमरदास पातशाह जी के पासों वो लोटा लैके पंडित चला गया, जाके गंगा विच इशनान किया। इशनान करदिआं जदों जल का लोटा भरन वास्ते लोटा लिया, तो वो गंगा दे विच डिग गया। मन विच बड़ा पछताउंदा कि गुरु पातशाह जी ने दिता सी, मैं उहदा सज्जन सी, वो मेरा सज्जन सी, बड़ा प्यार सी, बड़ा नेह सी आपस विच। ते सज्जन की दिती हुई वस्त जिहड़ी आ ना, वो बड़ी संभाल के रखनी चाहिए है। तो मैं तो गवा ली, मन विच रोस है, मन विच पछतावा है। तुरिया आउंदा गोइंदवाल की धरती नूं, आण के नतमस्तक हुंदा ते दोनों हाथ जोड़ के आखदा, पातशाह ये मेरे सज्जन, जिहड़ा लोटा तू मैनूं दिता सी वो लोटा गवाच गया, वो पानी विच डिग गया। तो धन गुरु अमरदास पातशाह जी कहते कोई गल नहीं, चल इस तरह कर, फिर जा बौली विच जाके इशनान करके आ, तो फिर सानू आण के तू दसना, फिर आण के असीं मिलदे हां, इकट्ठे प्रशादा छकांगे। पंडित गया, जाके की ताकत जदों चुब्भी मारदे, क्योंकि गंगा विच जाके चुब्भी मारदे सन पंडित लोग। धार्मिक स्थानां ते जाके इशनान करने वाले जिहड़े लोग ने, वो पूरे शरीर नूं डुबो लेंदे पानी विच। उन्हें टुब्बी लगाई तो गुरु अमरदास पातशाह जी की रहमत हुई, नदरे करम होया, अखां खुलियां, सामने उही लोटा नज़र आउंदा ते भर के जल दा लै आउंदा, ते आण के खिमा जाचना करदा, पातशाह मैनूं माफ़ कर दिओ। धन गुरु अमरदास पातशाह जी ने आख्या कि बाहर भटकण की थां, दूर दराडे जाण की थां तो गंगा तो तुहाडे कोल है, पर वो तद दिखेगी जदों तुहाडा मन साफ होवेगा, जदों तुहाडे मन उत्ते नाम की पाह चढ़ेगी। फिर इस संसार दे उत्ते तन धोता होया तन तुहाडे कीते हुए इशनान जिहड़े ने वो सफल होणगे। वो किस तरह? धन गुरु
ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸੱਜਣਾ ਵੇਖ, ਜਿਸ ਤਰ੍ਹਾਂ ਭਰੀ ਹੈ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ। ਕਹਿੰਦੇ ਜਿਸ ਤਰ੍ਹਾਂ ਸਰੀਰ ਉੱਤੇ ਮੈਲ ਲੱਗੀ ਹੁੰਦੀ ਹੈ, ਸਵੇਰੇ ਅਸੀਂ ਉੱਠਦੇ ਹਾਂ, ਦੇਖਦੇ ਹਾਂ ਕਿ ਸਰੀਰ ਉੱਤੇ ਪਸੀਨਾ, ਸਰੀਰ ਉੱਤੇ ਬਾਹਰ ਜਦੋਂ ਅਸੀਂ ਸਵੇਰ ਤੋਂ ਸ਼ਾਮਾਂ ਤੱਕ ਘੁੰਮਦੇ ਹਾਂ, ਇਸ ਤਨ ਦੇ ਉੱਤੇ ਮੈਲ, ਧੂੜ, ਮਿੱਟੀ ਦੇ ਜਿਹੜੇ ਕਿਣਕੇ ਨੇ ਉਹ ਚੰਬੜ ਜਾਂਦੇ ਨੇ, ਪਸੀਨਾ ਆਣ ਕੇ ਚਿਪ ਚਪਾਉਂਦਾ ਹੈ, ਅਤੇ ਅਸੀਂ ਫਿਰ ਕੀ ਕਰਦੇ ਹਾਂ? ਇਸ਼ਨਾਨ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਤਰ੍ਹਾਂ ਤਨ ਉੱਤੇ ਪਏ ਹੋਏ ਚਿੱਕੜ ਦੇ, ਤਨ ਉੱਤੇ ਪਏ ਹੋਏ ਪਸੀਨੇ ਦੇ, ਤਨ ਉੱਤੇ ਪਈ ਹੋਈ ਧੂਲ ਮਿੱਟੀ, ਉਹਨੂੰ ਅਸੀਂ ਆਪਣੇ ਸਰੀਰ ਉੱਤੇ ਪਾਣੀ ਪਾ ਕੇ ਧੋਂਦੇ ਹਨ, ਇਸੇ ਤਰ੍ਹਾਂ ਹੀ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਅਤੇ ਸਾਡੇ ਤਨ ਉੱਤੇ ਜਿਹੜੇ ਅਸੀਂ ਕੱਪੜੇ ਪਾਏ ਹੁੰਦੇ ਆ ਨਾ, ਇਹ ਮੂਤ ਪਲੀਤੀ ਭਾਵ ਗੰਦਗੀ ਦੇ ਨਾਲ ਇਹ ਲਿਬੜੇ ਹੋਏ ਨੇ। ਜਦੋਂ ਅਸੀਂ ਬਾਹਰ ਨਿਕਲਦੇ ਹਾਂ, ਕਈ ਵਾਰ ਕਈ ਛਿੱਟਾਂ ਆਉਂਦੀਆਂ ਨੇ, ਕਈ ਪ੍ਰਕਾਰ ਦੀ ਧੂਲ ਮਿੱਟੀ ਇਹਨਾਂ ਤਨ ਦੇ ਕੱਪੜਿਆਂ ਉੱਤੇ ਵੀ ਚੰਬੜ ਜਾਂਦੀ ਹੈ, ਅਤੇ ਅਸੀਂ ਇਹਨੂੰ ਕੀ ਕਰਦੇ ਹਾਂ? ਦੇ ਸਾਬੁਨ ਲਈਏ ਉਹ ਧੋਏ। ਫਿਰ ਉਹਦੇ ਉੱਤੇ ਸਾਬਣ ਲਾਉਂਦੇ ਹਾਂ, ਮਲ ਕੇ ਰਗੜ ਕੇ ਉਹਨੂੰ ਧੋਂਦੇ ਹਾਂ, ਅਤੇ ਫਿਰ ਉਹ ਸਾਫ਼ ਹੋ ਜਾਂਦੇ ਆ। ਇਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਰੀਐ ਮਤ ਪਾਪਾਂ ਕੈ ਸੰਗ। ਭਾਈ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਤਨ ਉੱਤੇ ਧੂਲ ਮਿੱਟੀ ਪੈ ਕੇ ਪਸੀਨੇ ਦੇ ਨਾਲ ਇਹ ਗੰਦਾ ਹੋ ਜਾਂਦਾ ਹੈ, ਜਿਸ ਤਰ੍ਹਾਂ ਸਰੀਰ ਉੱਤੇ ਪਾਏ ਹੋਏ ਕੱਪੜੇ ਇਹਨਾਂ ਉੱਤੇ ਗੰਦਗੀ ਆਣ ਕੇ ਚੰਬੜ ਜਾਂਦੀ ਹੈ, ਇਹ ਗੰਦੇ ਹੋ ਜਾਂਦੇ ਨੇ, ਇਹਨਾਂ ਨੂੰ ਸਾਫ਼ ਕਰਦੇ ਹਾਂ। ਇਸੇ ਤਰ੍ਹਾਂ ਹੀ ਸਾਡੇ ਮਨ ਉੱਤੇ, ਸਾਡੀ ਮਤ ਉੱਤੇ, ਸਾਡੀ ਬੁੱਧ ਉੱਤੇ ਜਿਹੜੀ ਹੈ ਉਹ ਵਿਕਾਰਾਂ ਦੀ ਮੈਲ ਚੜ੍ਹੀ ਹੋਈ ਹੈ। ਪੰਜੇ ਵਿਕਾਰ ਇਹਨੂੰ ਚੰਬੜੇ ਹੋਏ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਇਹਨਾਂ ਨੂੰ ਚੰਬੜੇ ਹੋਏ ਨੇ, ਇਹ ਇਹਨਾਂ ਨੂੰ ਜਕੜ ਕੇ ਰੱਖਦੇ ਨੇ, ਕਿਸੇ ਪਾਸੇ ਜਾਣ ਨਹੀਂ ਦਿੰਦੇ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸੱਜਣਾ ਇਹ ਮੱਤ ਜਿਹੜੀ ਹੈ, ਇਹ ਬੁੱਧ ਜਿਹੜੀ ਹੈ ਪਾਪਾਂ ਦੇ ਨਾਲ, ਭੈੜੀ ਮੱਤ ਦੇ ਨਾਲ ਜਿਹੜੀ ਹੈ ਉਹ ਭਰੀ ਪਈ ਹੈ। ਇਹ ਧੋਪੇਗੀ ਕਿੱਦਾਂ? ਉਹ ਧੁੱਪ ਹੈ ਨਾਵੇਂ ਕੈ ਰੰਗ। ਇਹਨੂੰ ਧੋਤਾ ਜਾ ਸਕਦਾ ਹੈ, ਪਰ ਇਹਦੇ ਉੱਤੇ ਨਾਮ ਦੀ ਪਾਹ ਚੜ੍ਹਨੀ ਪਵੇਗੀ। ਸਾਰੀ ਦਿਹਾੜੀ ਅਸੀਂ ਤੁਰਦਿਆਂ ਫਿਰਦਿਆਂ ਸਾਡੀ ਜ਼ੁਬਾਨ ਉੱਤੇ ਭੈੜੀਆਂ ਗੱਲਾਂ ਆਉਣ ਅਤੇ ਸਾਡੀ ਮੱਤ ਸਾਫ਼ ਹੋਵੇਗੀ? ਨਹੀਂ। ਜਿਸ ਤਰ੍ਹਾਂ ਦਾ ਅਸੀਂ ਕਰਮ ਕਰਾਂਗੇ ਉਸੇ ਤਰ੍ਹਾਂ ਦਾ ਹੀ ਸਾਡੇ ਬੁੱਧ ਅਤੇ ਸਾਡੀ ਮੱਤ ਦੇ ਉੱਤੇ ਪ੍ਰਭਾਵ ਪਵੇਗਾ। ਇਹਨਾਂ ਅਗਲੇਰੀਆਂ ਪੰਕਤੀਆਂ ਅੰਦਰ ਹੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਸੱਜਣਾ, ਇਸ ਸੰਸਾਰ ਦੇ ਉੱਤੇ ਪੁੰਨੀ ਪਾਪੀ ਆਖਣ ਨਾਹੀ। ਵੱਖ ਵਿਦਵਾਨਾਂ ਨੇ ਇਹਦੇ ਵੱਖ ਅਰਥ ਕੀਤੇ ਨੇ, ਤੇ ਦਾਸ ਇੱਥੋਂ ਤੱਕ ਪਹੁੰਚਿਆ ਹੈ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਕਿਸੇ ਦੇ ਕਹਿਣ ਦੇ ਨਾਲ ਕੋਈ ਪੁੰਨੀ ਜਾਂ ਪਾਪੀ ਨਹੀਂ ਅਖਵਾਉਂਦਾ। ਮੈਂ ਕਹੀ ਜਾਵਾਂ ਤੁਸੀਂ ਪਾਪੀ ਜੇ, ਜਾਂ ਮੈਂ ਕਹੀ ਜਾਵਾਂ ਕਿ ਤੁਸੀਂ ਪੁੰਨ ਕਰਮ ਕਮਾਉਂਦੇ ਜੇ, ਅੱਜ ਦੇ ਸਮੇਂ ਡੇਰੇਦਾਰ ਜਿਹੜੇ ਬੈਠੇ ਹੋਏ ਨੇ ਧਰਮ ਦਾ ਬਾਣਾ ਪਾ ਕੇ ਲੁੱਟਣ ਲਈ, ਉਹ ਕਹਿੰਦੇ ਇਹ ਤਾਂ ਬੜਾ ਭਲਾ ਮਨੁੱਖ ਹੈ, ਇਹ ਤਾਂ ਬੜੇ ਚੰਗੇ ਕਰਮਾਂ ਵਾਲਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਹੀਂ, ਕਿਸੇ ਦੇ ਕਹਿਣ ਦੇ ਨਾਲ ਨਹੀਂ ਕੁਛ ਹੋਣਾ। ਕੋਈ ਕਹੀ ਜਾਏ ਕਿ ਤੁਸੀਂ ਪੁੰਨ ਕਰਮ ਕਮਾਉਂਦੇ ਜੇ, ਕੋਈ ਕਹਿ ਦੇ ਤੁਹਾਨੂੰ ਕਿ ਤੁਸੀਂ ਬੜੇ ਪਾਪੀ ਜੇ, ਇਸ ਤਰ੍ਹਾਂ ਤੁਸੀਂ ਨਾ ਤਾਂ ਪੁੰਨੀ ਬਣ ਜਾਣਾ ਨਾ ਪਾਪੀ ਬਣ ਜਾਣਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਕਰ ਕਰਨਾ ਲਿਖ ਲੈ ਜਾਓ। ਜਿਹੜਾ ਕਰਮ ਤੁਸੀਂ ਕਰਦੇ ਜੇ ਨਾ, ਉਹ ਲਿਖਿਆ ਜਾਣਾ, ਉਹ ਤੁਹਾਡੇ ਨਾਲ ਜਾਣਾ। ਕਰ ਕਰਨਾ, ਜਿਹੜੀ ਕਾਰ ਤੁਸੀਂ ਕਰ ਰਹੇ ਜੇ ਨਾ, ਜਿਹੜਾ ਕਰਮ ਨਿਭਾ ਰਹੇ ਜੇ, ਚਾਹੇ ਉਹ ਪਾਪ ਵਾਲਾ ਚਾਹੇ ਉਹ ਪੁੰਨ ਵਾਲਾ, ਜਿਹੜੀ ਤੁਸੀਂ ਕਿਰਤ ਕਰ ਰਹੇ ਜੇ ਉਹਦੇ ਵਿੱਚ ਕਿਤੇ ਪਾਪ ਨਹੀਂ, ਇਹ ਅਸੀਂ ਦੇਖਣਾ ਕਿ ਅਸੀਂ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰੀਏ ਅਤੇ
ਲੁੱਟੀ ਵੀ ਜਾਈਏ ਸੱਜਣ ਠੱਗ ਦੀ ਤਾਂ ਉਹਦਾ ਵੀ ਕਰਮ ਤੇ ਇਹੀ ਸੀ ਨਾ, ਕਰਮ ਤੇ ਇਹੀ ਸੀ ਨਾ ਕਿ ਲੁੱਟੀ ਵੀ ਜਾਣਾ। ਸਰਾਂ ਬਣਾਈ ਹੋਈ, ਧਰਮ ਦਾ ਸਥਾਨ ਬਣਾਇਆ ਹੋਇਆ ਕਿ ਮੈਂ ਲੋਕਾਂ ਨੂੰ ਸ਼ਰਨ ਦਿੰਦਾ। ਲੋਕ ਆਖਦੇ ਸਨ ਬੜਾ ਵੱਡਾ ਸੱਜਣ ਹੈ, ਬੜਾ ਵੱਡਾ ਪੁੰਨੀ ਹੈ। ਕਿਸੇ ਦੇ ਕਹਿਣ ਦੇ ਨਾਲ ਥੋੜ੍ਹਾ ਬਣਨਾ ਸੀ ਕਿ ਇਹ ਪੁੰਨੀ ਹੈ, ਇਹ ਪੁੰਨ ਕਰਮ ਕਰਦਾ। ਪਰ ਰਾਤ ਨੂੰ ਉਹੀ ਮਨੁੱਖ ਬੁੱਧੀ ਮਲੀਨ ਹੋਈ ਅਤੇ ਗਲਾ ਕੱਟ ਕੇ ਮਾਰ ਦੇਣਾ ਅਤੇ ਧਨ ਲੁੱਟ ਲੈਣਾ। ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸੱਜਣਾ ਜਿਹੜਾ ਤੂੰ ਕਰਮ ਕਰਦਾ ਹੈ ਨਾ, ਕਰ ਕਰ ਕਰਨਾ ਲਿਖ ਲੈ ਜਾਓ। ਤੇਰੇ ਲੇਖ ਜਿਹੜੇ ਨੇ, ਜਿਹੜੇ ਤੂੰ ਨਾਲ ਲੈ ਕੇ ਜਾਣੇ, ਜਿਹੜਾ ਤੇਰਾ ਹਿਸਾਬ ਕਿਤਾਬ ਹੋਣਾ ਉਹ ਲਿਖ ਕੇ ਜਾਣਾ। ਅਤੇ ਉਹੀ ਜਾਣਾ ਜਿਹੜਾ ਤੂੰ ਕਰਮ ਕਮਾਉਂਦਾ ਹੈ। ਆਪੇ ਬੀਜ ਆਪੇ ਹੀ ਖਾਹੋ। ਜਿਹੜਾ ਤੂੰ ਬੀਜਦਾ ਹੈ ਨਾ, ਹੁਣ ਕਿਸੇ ਨੇ ਤਾਂ ਬੀਜਿਆ ਨਹੀਂ ਨਾ। ਭਾਈ ਤੁਸੀਂ ਟਰਾਂਸਪੋਰਟਰ ਜੇ, ਅਤੇ ਜੇ 4 ਗੱਡੀਆਂ ਲੈ ਲਈਆਂ ਅਤੇ ਤੁਹਾਨੂੰ ਹੀ ਕਮਾਈ ਆਉਣੀ ਹੈ। ਅਤੇ ਜੇ ਆਖੀਏ ਕਿ ਆਪ ਗੱਡੀਆਂ ਨਾ ਲਈਏ, ਅਸੀਂ ਆਪ ਗੱਡੀਆਂ ਨਾ ਲਈਏ ਤਾਂ ਕਿੱਥੋਂ ਕਮਾਈ ਆਏਗੀ? ਨਹੀਂ। ਅਤੇ ਜੇ ਆਖੀਏ ਕਿ ਅਸੀਂ ਗੱਡੀਆਂ ਦੀ ਜਗ੍ਹਾ ਦੇ ਉੱਤੇ ਜਿਹੜਾ ਵਾ ਉਹ ਸਮਾਨ ਜਿਹੜਾ ਕਰਿਆਨੇ ਦਾ ਪਾ ਲਈਏ ਅਤੇ ਆਮਦਨ ਜਿਹੜੀ ਉਹ ਗੱਡੀਆਂ ਦੀ ਰੱਖੀਏ, ਆਸ ਗੱਡੀਆਂ ਦੀ ਆਮਦਨ ਦੀ ਰੱਖੀਏ, ਨਹੀਂ ਹੋ ਸਕਦਾ ਨਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜੋ ਬੀਜਿਆ, ਭਾਵ ਜਿਸ ਤਰ੍ਹਾਂ ਖੇਤ ਵਿੱਚ ਅਸੀਂ ਕਣਕ ਬੋਂਦੇ ਹਾਂ ਅਤੇ ਆਖੀਏ ਕਿ ਇਹਦੇ ਵਿੱਚੋਂ ਹੀਰੇ ਜਵਾਹਰਾਤ ਨਿਕਲਣਗੇ? ਨਹੀਂ ਨਿਕਲਣਗੇ ਭਾਈ, ਕਣਕ ਹੀ ਨਿਕਲੇਗੀ। ਜੇ ਕਿੱਕਰਾਂ ਬੀਜ ਲਈਆਂ ਅਤੇ ਆਖੀਏ ਹੁਣ ਇਹਨਾਂ ਨੂੰ ਕੰਡਿਆਂ ਦੀ ਜਗ੍ਹਾ ਦੇ ਉੱਤੇ ਫੁੱਲ ਲੱਗਣਗੇ? ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਹੀਂ, ਇਸ ਧਰਤੀ ਦੇ ਉੱਤੇ ਜੋ ਬੀਜੇਗਾ ਨਾ, ਆਪੇ ਬੀਜ, ਜੋ ਆਪ ਬੀਜਿਆ ਹੀ ਨਾ ਆਪੇ ਖਾਓ, ਉਹ ਤੁਹਾਨੂੰ ਆਪ ਹੀ ਛਕਣਾ ਪਵੇਗਾ। ਭਾਵ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੇ ਲੇਖੇ ਦੇ ਵਿੱਚ, ਤੁਹਾਡੇ ਕਰਮਾਂ ਵਿੱਚ ਉਹਦਾ ਲੇਖਾ ਜਿਹੜਾ ਜੁੜ ਜਾਣਾ ਹੈ। ਨਾਨਕ ਹੁਕਮੀ ਆਵੋ ਜਾਓ। ਇਹ ਗੁਰੂ ਕੇ ਪਿਆਰਿਓ, ਇਹ ਸਾਰਾ ਜਿਹੜਾ ਕਾਰਜ ਹੈ ਉਹਦੇ ਹੁਕਮ ਵਿੱਚ ਹੈ। ਅਸੀਂ ਦੂਜੀ ਪੌੜੀ ਪੜ੍ਹੀ ਸੀ ਜਪਜੀ ਸਾਹਿਬ ਦੀ, ਸਾਰਾ ਹੀ ਉਹਦਾ ਹੁਕਮ ਹੈ, ਉਹਦੇ ਹੁਕਮ ਦਾ ਪਸਾਰਾ ਹੀ ਹੈ, ਉਹਦੇ ਹੁਕਮ ਵਿੱਚ ਹੀ ਚੱਲ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸੱਜਣਾ, ਇਸ ਧਰਤੀ ਦੇ ਉੱਤੇ ਜੇ ਤੂੰ ਨਾਮ ਜਪ ਕੇ ਚੰਗੇ ਕਰਮ ਬਣਾ ਲਵੇਂਗਾ, ਫਿਰ ਜਿਹੜੀ ਤੇਰੀ ਬੁੱਧੀ ਹੈ ਉਹਦੇ ਵਿੱਚੋਂ ਮੰਦ ਕਰਮ ਜਿਹੜੇ ਨੇ ਉਹ ਨਿਕਲ ਜਾਣਗੇ। ਕਿਹਦੇ ਨਾਲ? ਪਰਮਾਤਮਾ ਦੇ ਹੁਕਮ ਦੇ ਨਾਲ। ਉਹਦਾ ਹੀ ਹੁਕਮ ਹੈ ਨਾ, ਉਹਨੇ ਨਾਮ ਦਾ ਪਸਾਰਾ ਕੀਤਾ, ਉਹਦਾ ਹੀ ਹੁਕਮ ਹੈ। ਉਹਨੇ ਇੱਥੇ ਮੰਦ ਕਰਮਾਂ ਦਾ ਪਸਾਰਾ ਕੀਤਾ, ਉਹਦੇ ਹੁਕਮ ਵਿੱਚ ਹੀ ਸਾਰਾ ਕੁਝ ਹੈ। ਗੱਲ ਇਹ ਹੈ ਕਿ ਜੇ ਤੇ ਉਹਦੇ ਹੁਕਮ ਵਿੱਚ ਰਹਿ ਕੇ, ਉਹਦੇ ਹੁਕਮ ਵਿੱਚ ਰਹਿ ਕੇ ਨਾਮ ਜਪੇਗਾ, ਤੇਰੀ ਮੱਤ ਜਿਹੜੀ ਹੈ, ਤੇਰੀ ਬੁੱਧ ਜਿਹੜੀ ਆ ਉਹ ਪਵਿੱਤਰ ਹੋ ਜਾਵੇਗੀ। ਜੇ ਉਹਦੇ ਹੁਕਮ ਵਿੱਚ ਵੱਜ ਕੇ ਤੂੰ ਮੰਦ ਕਰਮ ਕਮਾਵੇਂਗਾ ਅਤੇ ਤੇਰੇ ਮਨ ਦੇ ਅੰਦਰ ਮੈਲ ਭਰ ਜਾਵੇਗੀ। ਇਸ ਸੰਸਾਰ ਦੇ ਉੱਤੇ ਲੋਕ ਤ੍ਰਿਕਾਰ ਪਾਉਣਗੇ ਅਤੇ ਉਹਦੀ ਦਰਗਾਹ ਵਿੱਚ ਵੀ ਤ੍ਰਿਕਾਰ ਮਿਲੇਗੀ। ਸੋ ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਰਹਿਮਤ ਕਰਨ, ਸਾਨੂੰ ਜਾਚ ਆ ਜਾਵੇ ਪਰਮਾਤਮਾ ਦਾ ਨਾਮ ਲੈਣ ਦੀ, ਉਹਦੇ ਗੁਣਾਂ ਨੂੰ ਵਿਹਾਜਣ ਦੀ। ਸਾਡੀ ਜਿਹੜੀ ਮੱਤ ਹੈ, ਸਾਡੀ ਬੁੱਧ ਜਿਹੜੀ ਹੈ, ਇਹਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਵੇ, ਇਹ ਧੁੱਪ ਜਾਵੇ ਅਤੇ ਸਾਡੀ ਜ਼ਿੰਦਗੀ ਜਿਹੜੀ ਉਹ ਸੁਹਾਵਣੀ ਹੋ ਜਾਵੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਸਾਹਿਬ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।